ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਰੋਧੀ ਪਾਰਟੀਆਂ ਵੱਲੋਂ ਏਕੇ ਦੇ ਯਤਨ। ਜੀ ਹਾਂ ਦੋਸਤੋ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਭਾਜਪਾ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਦੇਸ਼ ਭਰ ਦੇ ਹਰ ਵਰਗ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਦੌਰਾਨ ਭਾਜਪਾ ਦੇ ਆਗੂਆਂ ਵੱਲੋਂ ਲਗਾਤਾਰ ਆਪਣੇ ਗੁਣਗਾਨ ਕਰਨ ਦਾ ਦੌਰ ਜਿਹੜਾ ਜਾਰੀ ਰੱਖਿਆ ਜਾ ਰਿਹਾ। ਭਾਜਪਾ ਆਗੂ ਹਲੇ ਵੀ ਜਿੱਥੇ ਖੇਤੀ ਕਾਨੂੰਨਾਂ ਨੂੰ ਕਿਸਾਨੀ ਦੀ ਲਾਹੇਵੰਦ ਦੱਸ ਰਹੇ ਨੇ ਤੇ ਉੱਥੇ ਹੀ ਭਾਜਪਾ ਵੱਲੋਂ ਕੀਤੇ ਕੰਮਾਂ ਦਾ ਗੁਣਗਾਨ ਕਰਨ ਤੋਂ ਪਿੱਛੇ ਨਹੀਂ ਹਟ ਰਹੇ। ਪਰ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਜਿਹੜਾ ਹੈਗਾ ਹੁਣ ਦੇਸ਼ ਦੀ ਹੋਰ ਨਾ ਵਿਰੋਧੀ ਪਾਰਟੀਆਂ ਵੱਲੋਂ ਜਿਹੜਾ ਹੈਗਾ ਭਾਜਪਾ ਨੂੰ ਘੇਰਨ ਦੀਆਂ ਤਿਆਰੀਆਂ ਕਰ ਲਈਆਂ ਨੇ, ਜਿਨ੍ਹਾਂ ਵੱਲੋਂ ਸਾਂਝੇ ਤੌਰ 'ਤੇ ਮੀਟਿੰਗਾਂ ਕਰਕੇ ਭਾਜਪਾ ਨੂੰ ਘੇਰਨ ਲਈ ਜਿਹੜੀ ਆ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਦੋਸਤੋ ਅਸੀਂ ਦੱਸਣਾ ਚਾਹਾਂਗੇ, ਸਾਲ 2014 ਦੀ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 282 ਅਤੇ ਐਨਡੀਏ ਨੇ 336 ਸੀਟਾਂ ਹਾਸਲ ਕਰਕੇ ਜਿਹੜਾ ਸੀ ਭਾਜਪਾ ਅਤੇ ਐਨਡੀਏ ਨੇ ਜਿਹੜਾ ਪੂਰਨ ਬਹੁਮਤ ਦੀ ਸਰਕਾਰ ਬਣਾਈ ਸੀ। ਉਸ ਤੋਂ ਬਾਅਦ ਸਾਲ 2019 ਦੇ ਵਿੱਚ ਭਾਜਪਾ ਨੇ ਸੀਟਾਂ ਜਿਹੜੀਆਂ ਵੱਧ ਕੇ 303 ਹੋ ਗਈਆਂ ਅਤੇ ਐਨਡੀਏ ਦੀਆਂ 353 ਸੀਟਾਂ ਹਾਸਲ ਕੀਤੀਆਂ, ਜਿਸ ਨਾਲ ਭਾਜਪਾ ਨੇ ਮੁੜ ਜਿਹੜਾ ਪੂਰਨ ਬਹੁਮਤ ਨਾਲ ਜਿਹੜਾ ਕੇਂਦਰ ਦੇ ਵਿੱਚ ਕਾਬਜ ਹੋ ਗਈ ਸੀ। ਦੱਸਣਾ ਚਾਹਾਂਗੇ 2014 ਤੋਂ 2019 ਦੇ ਉਹਨਾਂ ਨੇ ਆਪਣੇ ਟਰਮ 'ਚ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਦਾ ਦੇਸ਼ ਭਰ ਦੇ ਵਿੱਚ ਵਿਰੋਧ ਹੋਇਆ। ਉਹਨਾਂ 'ਚ ਚਾਹੇ ਨੋਟਬੰਦੀ ਕੀਤੀ, ਉਹਨਾਂ ਨੇ ਜੀਐਸਟੀ ਲਾਗੂ ਕੀਤੀ। ਨੋਟਬੰਦੀ ਕਰਨ ਨਾਲ ਹਜ਼ਾਰਾਂ ਲੋਕਾਂ ਦੀ ਮੌਤਾਂ ਜਿਹੜੀਆਂ ਹੋ ਗਈਆਂ, ਕਿਉਂਕਿ ਉਹ ਇੱਕ ਅਨਐਲਾਨੀ ਐਮਰਜੈਂਸੀ ਵਾਲੇ ਹਾਲਾਤ ਸੀ ਕਿ ਪ੍ਰਧਾਨ ਮੰਤਰੀ ਨੇ ਰਾਤ ਨੂੰ 8 ਵਜੇ ਜਿਹੜਾ ਹੈ ਇੱਕਦਮ ਐਲਾਨ ਕਰ ਦਿੱਤਾ ਵੀ ਕਿ ਰਾਤ 12 ਵਜੇ ਤੋਂ ਦੇਸ਼ ਦੇ ਵਿੱਚ ਪੁਰਾਣੇ 500 ਅਤੇ 1000 ਦੇ ਨੋਟ ਚੱਲਣੇ ਬੰਦ ਹੋ ਜਾਣਗੇ, ਜਿਸ ਕਰਕੇ ਲੋਕਾਂ 'ਚ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਉਸ ਤੋਂ ਬਾਅਦ ਜੀਐਸਟੀ ਲਿਆਂਦਾ ਗਿਆ, ਜਿਹਦਾ ਦੇਸ਼ ਭਰ ਦੇ ਵਿੱਚ ਵਪਾਰੀਆਂ ਨੇ ਵਿਰੋਧ ਕੀਤਾ। 3 ਤਲਾਕ ਜਿਹੜੇ ਸੀ ਉਹ ਖਤਮ ਕਰ ਦਿੱਤੇ, ਉਸ ਦਾ ਵੀ ਜਿਹੜਾ ਸੀ ਬਹੁਤ ਵੱਡੇ ਪੱਧਰ 'ਤੇ ਵਿਰੋਧ ਹੋਇਆ। ਉਸ ਤੋਂ ਬਾਅਦ 19 ਵਿੱਚ ਕਾਬਜ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਈ ਅਜਿਹੇ ਫੈਸਲੇ ਲਏ ਜਿਨ੍ਹਾਂ ਵਿੱਚ ਸੀਏਏ ਲਿਆਇਆ। ਉਸ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਧਾਰਾ 370 ਅਤੇ 35A ਨੂੰ ਖਤਮ ਕਰਕੇ ਜੰਮੂ ਕਸ਼ਮੀਰ ਨੂੰ ਵੱਖ-ਵੱਖ ਵੰਡ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜਾ ਸੀ 3 ਖੇਤੀ ਕਾਨੂੰਨ ਲਿਆਂਦੇ, ਜਿਨ੍ਹਾਂ ਦਾ ਕਿਸਾਨ ਜਥੇਬੰਦੀਆਂ ਵੱਲੋਂ ਪਹਿਲੇ ਦਿਨ ਤੋਂ ਵਿਰੋਧ ਹੋ ਰਿਹਾ ਅਤੇ ਅੱਜ ਕਰੀਬ 9 ਮਹੀਨੇ ਦਾ ਸਮਾਂ ਬੀਤ ਚੁੱਕਿਆ। ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਦੀ ਬਰੂਹਾਂ 'ਤੇ ਬੈਠੀਆਂ ਤਿੰਨੋਂ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ, ਪਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਜਿਹੜਾ ਹੈਗਾ ਕਿਸਾਨ ਅੰਦੋਲਨ ਨੇ ਲੋਕਾਂ ਨੂੰ ਇਕਜੁੱਟ ਕੀਤਾ ਹੈ, ਆਪਣੇ ਹੱਕਾਂ ਲਈ ਆਵਾਜ਼ ਚੱਕਣਾ ਸਿਖਾਇਆ ਅਤੇ ਹੋਰ ਵੀ ਜਿਹੜਾ ਹੈ ਆਪਣੇ ਹੱਕਾਂ ਲਈ ਵਿਕਾਸ ਲਈ ਜਿਹੜਾ ਹੈਗਾ ਰਾਜਸੀ ਆਗੂਆਂ ਤੋਂ ਸਵਾਲ ਪੁੱਛਣ ਦੀ ਵੀ ਜਿਹੜਾ ਇੱਕ ਨਵੀਂ ਰਣਨੀਤੀ ਦਿੱਤੀ ਹੈ, ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ। ਉੱਥੇ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਨੂੰ ਵੀ ਉਹਨਾਂ ਨੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਤੁਹਾਨੂੰ ਦੱਸੀਏ ਤਾਂ ਕੇਂਦਰ ਦੇ ਮੌਨਸੂਨ ਸੈਸ਼ਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੋਟਰਸ ਵਿਪ ਜਾਰੀ ਕਰਕੇ ਸਾਰੀ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਵੀ ਕਿ ਉਹ ਮੌਨਸੂਨ ਸੈਸ਼ਨ 'ਚੋਂ ਕਿਸੇ ਵੀ ਮੁੱਦੇ 'ਤੇ ਬਾਈਕਾਟ ਕਰਨ ਦੀ ਥਾਂ 'ਤੇ ਜਿਹੜਾ ਹੈਗਾ ਉੱਥੇ ਬੈਠ ਕੇ ਕਿਸਾਨੀ ਦੇ ਮੁੱਦੇ ਨੂੰ 3 ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਕੇਂਦਰ ਨੂੰ ਘੇਰਨ, ਕੇਂਦਰ ਦਾ ਵਿਰੋਧ ਕਰਨ, ਪਰ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣ ਜਾਣ ਉਹਨਾਂ ਵੱਲੋਂ ਵਾਕਆਊਟ ਕਰਕੇ ਬਾਹਰ ਨਹੀਂ ਆਉਣਾ। ਉਸ ਦੇ ਚੱਲਦਿਆਂ ਜਿਹੜਾ ਹੈ ਦੇਸ਼ ਦੀਆਂ ਸਾਰੀ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਮੌਨਸੂਨ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਨੂੰ ਘੇਰਿਆ, ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਕੇਂਦਰ ਸਰਕਾਰ ਵਿਰੋਧੀਆਂ ਦੀ ਗੱਲ ਨਾ ਸੁਣਨ ਕਰਨ ਦੇ ਵਿੱਚ ਕਾਮਯਾਬ ਰਹੀ, ਪਰ ਵਿਰੋਧੀਆਂ ਦੇ ਇੱਕ ਜਿਹੜਾ ਜੁਟ ਹੋ ਕੇ ਇਹ ਸੁਨੇਹਾ ਦਿੱਤਾ ਵੀ ਕਿ ਜੇ ਉਹ ਮੌਨਸੂਨ ਸੈਸ਼ਨ ਦੇ ਵਿੱਚ ਇਸ ਵਾਰ ਇਕਜੁੱਟ ਹੋ ਕੇ ਕੇਂਦਰ ਨੂੰ ਘੇਰ ਸਕਦੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਕਜੁੱਟ ਹੋ ਕੇ ਭਾਜਪਾ ਨੂੰ, ਕੇਂਦਰ ਸਰਕਾਰ ਨੂੰ ਘੇਰਨ ਦੀ ਜਿਹੜੀ ਹੈ ਰਣਨੀਤੀ ਤਿਆਰ ਕਰ ਸਕਦੀਆਂ ਨੇ। ਉਸੇ ਰਣਨੀਤੀ ਤਹਿਤ ਦੇਸ਼ ਦੀਆਂ 19 ਵਿਰੋਧੀ ਪਾਰਟੀਆਂ ਨੇ ਲੰਘੇ ਦਿਨ ਇੱਕ ਮੀਟਿੰਗ ਕਰਕੇ ਭਾਜਪਾ ਨੂੰ ਘੇਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਨੇ। ਉਹਨਾਂ ਨੇ ਐਲਾਨ ਕਰ ਦਿੱਤਾ ਵੀ ਕਿ 2024 ਦੇ ਵਿੱਚ ਭਾਜਪਾ ਨੂੰ ਕੋਈ ਵੀ ਇਕੱਲੀ ਪਾਰਟੀ ਜਿਹੜੀ ਹੈ ਉਹ ਨਹੀਂ ਰੋਕ ਸਕਦੀ। ਉਸ ਨੂੰ ਰੋਕਣ ਲਈ ਜਿਹੜਾ ਹੈ ਸਾਰੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣਾ ਪਏਗਾ, ਇਕਜੁੱਟ ਹੋ ਕੇ ਰਣਨੀਤੀ ਤਿਆਰ ਕਰਨੀ ਪਏਗੀ ਤਾਂ ਜੋ ਭਾਜਪਾ ਨੂੰ ਰੋਕਿਆ ਜਾ ਸਕੇ। ਇਸ ਜਿਹੜਾ ਹੈ 19 ਵਿਰੋਧੀ ਪਾਰਟੀਆਂ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ 'ਤੇ ਜਿਹੜੀ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਜੇਕਰ ਦੇਖੀਏ ਤਾਂ ਉਹੀ ਮੁੱਦੇ ਸੀ ਜੋ ਕਿ ਸੰਸਦ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਚੱਕੇ ਸੀ, ਚਾਹੇ ਉਹਨਾਂ ਵਿੱਚ ਖੇਤੀ ਕਾਨੂੰਨਾਂ ਦਾ ਮੁੱਦਾ ਹੋਵੇ, ਤੇਲ ਦੀ ਵੱਧਦੀਆਂ ਕੀਮਤਾਂ ਦਾ ਹੋਵੇ, ਪੈਗਾਸਸ ਹੋਵੇ, ਅਤੇ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਜਿਹੜਾ ਨਿੱਜੀਕਰਨ ਦਾ ਬੋਲਬਾਲਾ ਵੱਧਦਾ ਜਾ ਰਿਹਾ, ਇਸ ਦਾ ਮੁੱਦਾ ਜਿਹੜਾ ਹੈਗਾ ਚੁੱਕਿਆ ਗਿਆ। ਇਹਨਾਂ ਬਾਰੇ ਵੱਖ-ਵੱਖ ਵਿਰੋਧੀ ਪਾਰਟੀਆਂ ਵੱਲੋਂ ਜਿਹੜਾ ਹੈ ਆਪਣੇ ਆਪਣੇ ਵਿਚਾਰ ਰੱਖੇ ਗਏ, ਆਪਣੇ
ਵੱਲੋਂ ਗੱਲਬਾਤ ਕੀਤੀ ਗਈ ਤਾਂ ਜੋ 2024 ਦੀਆਂ ਚੋਣਾਂ 'ਚ ਭਾਜਪਾ ਨੂੰ ਘੇਰਨ ਲਈ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਜਾ ਸਕੇ। ਦੋਸਤੋ, ਅਸੀਂ ਦੱਸਣਾ ਚਾਹਾਂਗੇ ਇਸ ਵਿਰੋਧੀ ਪਾਰਟੀਆਂ ਦੀ ਜਿਹੜੀ ਮੀਟਿੰਗ ਦੇ ਵਿੱਚ ਮੁੱਖ ਤੌਰ 'ਤੇ 3 ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ। ਇਸ ਜਿਹੜੇ 19 ਪਾਰਟੀਆਂ ਦੀ ਮੀਟਿੰਗ ਦੀ ਅਗਵਾਈ ਮੁੱਖ ਤੌਰ 'ਤੇ ਉਹ 3 ਰਾਜਸੀ ਪਾਰਟੀਆਂ ਕਰ ਰਹੀਆਂ ਨੇ, ਜੋ ਕਿ ਕਿਸੇ ਸਮੇਂ ਇੱਕ ਹੁੰਦੀਆਂ ਸੀ, ਪਰ ਸਮੇਂ ਦੇ ਨਾਲ ਨਾਲ ਉਹਨਾਂ ਦੇ ਵਖਰੇਵੇਂ ਹੋ ਗਏ, ਉਹ ਵੱਖ-ਵੱਖ ਹੋ ਗਈਆਂ। ਜਿਨ੍ਹਾਂ ਵਿੱਚ ਜੇਕਰ ਦੱਸੀਏ ਤਾਂ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ, TMC ਅਤੇ NCP। ਦੋਸਤੋ, ਦੇਖਿਆ ਜਾਵੇ ਇੰਡੀਅਨ ਨੈਸ਼ਨਲ ਕਾਂਗਰਸ, TMC ਅਤੇ NCP ਕਿਸੇ ਸਮੇਂ ਇੱਕੋ ਹੁੰਦੀਆਂ ਸੀ, ਪਰ ਸਮੇਂ ਦੇ ਨਾਲ ਨਾਲ ਇਹ ਵੱਖ-ਵੱਖ ਹੁੰਦੀਆਂ ਗਈਆਂ। ਅਤੇ ਉੱਥੇ TMC ਤੋਂ ਮਮਤਾ ਬੈਨਰਜੀ, NCP ਤੋਂ ਸ਼ਰਦ ਪਵਾਰ ਵਰਗੇ ਸੀਨੀਅਰ ਆਗੂਆਂ ਨੇ ਮੀਟਿੰਗ ਦੇ ਵਿੱਚ ਹਿੱਸਾ ਲਿਆ, ਅਤੇ ਉੱਥੇ ਹੀ ਕਾਂਗਰਸ ਵੱਲੋਂ ਜਿਹੜਾ ਸੋਨੀਆ ਗਾਂਧੀ ਪਹੁੰਚੀ ਸੀ। ਇਸੇ ਤਰ੍ਹਾਂ ਸ਼ਿਵ ਸੈਨਾ, ਬਾਲ ਠਾਕਰੇ ਹੋ ਗਈਆਂ, ਹੋਰ ਸਿਆਸੀ ਪਾਰਟੀਆਂ ਵੀ ਹੋ ਗਈਆਂ ਜਿਨ੍ਹਾਂ ਦੇ ਆਗੂਆਂ ਨੇ ਉੱਥੇ ਹਿੱਸਾ ਲਿੱਤਾ। ਇਸ ਤੋਂ ਸਪਸ਼ਟ ਹੁੰਦਾ ਹੈ ਜਿਹੜੀ ਕਿਸੇ ਸਮੇਂ ਦੇਸ਼ ਦੀ ਸੱਤਾ ਦੇ ਵਿੱਚ ਕਾਬਜ਼ ਰਹੀਆਂ ਪਾਰਟੀਆਂ ਦੀ ਜਿਹੜੀ ਮੇਨ ਸਟਰੀਮ ਦੇ ਵਿੱਚ ਰਹੀਆਂ ਪਾਰਟੀਆਂ ਦੇ ਆਗੂ ਜਿਹੜੇ ਨੇ ਇੱਕ ਪਲੇਟਫਾਰਮ 'ਤੇ ਆਉਣੇ ਸ਼ੁਰੂ ਹੋ ਗਏ ਨੇ, ਜੋ ਕਿ ਭਾਜਪਾ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਹੇ ਨੇ। ਇਸ ਦੇ ਨਾਲ ਹੀ ਦੂਜੀ ਵੱਡੀ ਗੱਲ ਇਹ ਨਿਕਲ ਕੇ ਆਈ ਮਮਤਾ ਬੈਨਰਜੀ ਵੱਲੋਂ ਕਈ ਜਿਹੜੀ ਤਜਵੀਜ਼ਾਂ ਇਸ ਮੀਟਿੰਗ ਦੇ ਵਿੱਚ ਰੱਖੀਆਂ ਗਈਆਂ, ਜਿਨ੍ਹਾਂ ਵੱਲੋਂ ਮੁੱਖ ਤੌਰ 'ਤੇ ਇਹ ਰੱਖਿਆ ਗਿਆ ਇਸ ਵਿਰੋਧੀ ਪਾਰਟੀਆਂ ਦੀ ਜਿਹੜੀ ਅਗਲੀ ਰਣਨੀਤੀ ਤਿਆਰ ਕਰਨ ਲਈ ਇੱਕ ਕੋਰ ਗਰੁੱਪ ਬਣਾਉਣਾ ਬਹੁਤ ਜ਼ਰੂਰੀ ਹੈ, ਜੋ ਕਿ ਇਹਨਾਂ ਪਾਰਟੀਆਂ ਲਈ ਰਣਨੀਤੀ ਤਿਆਰ ਕਰੇ ਕੀ ਕਰਨਾ ਚਾਹੀਦਾ, ਕੀ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕੇਂਦਰ ਸਰਕਾਰ ਨੂੰ ਘੇਰਨ ਲਈ, ਚਾਹੇ ਉਹ ਮਹਿੰਗਾਈ ਦਾ ਮੁੱਦਾ ਹੋਵੇ, ਪੈਗਾਸਸ ਦਾ ਮੁੱਦਾ ਹੋਵੇ, ਖੇਤੀ ਕਾਨੂੰਨ ਹੋਣ, ਚਾਹੇ ਨਿੱਜੀਕਰਨ ਦਾ ਹੋਵੇ, ਇਸ ਲਈ ਜਿਹੜਾ ਹੈ ਦੇਸ਼ ਭਰ ਦੇ ਵਿੱਚ ਇੱਕ ਮੁਹਿੰਮ ਚਲਾਉਣੀ ਚਾਹੀਦੀ ਹੈ, ਇੱਕ ਜਨਤਕ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਤਾਂ ਜੋ ਉਸ 'ਚ ਆਮ ਲੋਕਾਂ ਨੂੰ ਵੀ ਹਿੱਸਾ ਬਣਾਇਆ ਜਾ ਸਕੇ ਅਤੇ ਰਾਜਸੀ ਪਾਰਟੀਆਂ ਦੀ ਆਵਾਜ਼ ਨੂੰ ਕੇਂਦਰ ਦੇ ਨਾਲ ਨਾਲ ਲੋਕਾਂ ਤੱਕ ਵੀ ਪਹੁੰਚਾਇਆ ਜਾ ਸਕੇ ਕਿਸ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਉਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਤੀਜੀ ਗੱਲ ਇਹ ਰਹੀ ਸਾਰੀ ਰਾਜਸੀ ਪਾਰਟੀਆਂ ਵੱਲੋਂ ਮਮਤਾ ਬੈਨਰਜੀ ਦੀ ਇਹਨਾਂ ਤਜਵੀਜ਼ਾਂ ਦੀ ਜਿੱਥੇ ਹਮਾਇਤ ਕੀਤੀ ਗਈ, ਉੱਥੇ ਸਭ ਨੇ ਸਾਂਝੇ ਤੌਰ 'ਤੇ ਦੇਸ਼ ਭਰ ਦੇ ਵਿੱਚ 20 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਇੱਕ ਅੰਦੋਲਨ ਚਲਾਉਣ ਦਾ ਜਿਹੜਾ ਫੈਸਲਾ ਕੀਤਾ ਹੈ। ਉਹਦੀ ਰਣਨੀਤੀ ਜੋ ਕਿ ਭਵਿੱਖ ਦੇ ਵਿੱਚ ਐਲਾਨ ਦਿੱਤੀ ਜਾਏਗੀ, ਪਰ ਉਹਨਾਂ ਨੇ ਹਾਲ ਦੀ ਘੜੀ 20 ਸਤੰਬਰ ਤੋਂ 30 ਸਤੰਬਰ ਤੱਕ 10 ਦਿਨ ਦੇਸ਼ ਦੇ ਵਿੱਚ ਅੰਦੋਲਨ ਚਲਾਉਣ ਦਾ ਫੈਸਲਾ ਕੀਤਾ, ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਵਿਰੋਧੀ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਘੇਰਿਆ ਜਾਏਗਾ ਅਤੇ ਉਹਨਾਂ ਦੀ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾਏਗਾ। ਦੋਸਤੋ, ਇਸ ਮੀਟਿੰਗ ਵਿੱਚ ਜਿੱਥੇ ਦੇਸ਼ ਦੀਆਂ 19 ਵੱਡੀਆਂ ਪਾਰਟੀਆਂ ਨੇ ਹਿੱਸਾ ਲਿਆ, ਉੱਥੇ ਹੀ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਦੇਸ਼ ਦੀ ਸੱਤਾ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੀਆਂ 3 ਵੱਡੀ ਪਾਰਟੀਆਂ ਗੈਰ ਹਾਜ਼ਰ ਵੀ ਰਹੀਆਂ, ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ। ਦੋਸਤੋ, ਇਸੀ 'ਚ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਇੱਕ ਜ਼ਰੂਰ ਟਵੀਟ ਕਰਕੇ ਲਿਖਿਆ ਉਹ ਆਪਣੇ ਸੂਬੇ ਦੇ ਦੌਰੇ 'ਤੇ ਨਿਕਲੇ ਹੋਏ ਨੇ, ਜਿਸ ਕਰਕੇ ਇਸ ਮੀਟਿੰਗ 'ਚ ਸ਼ਮੂਲੀਅਤ ਨਹੀਂ ਕਰ ਸਕੇ, ਪਰ ਉਹ ਆਉਣ ਵਾਲੇ ਸਮੇਂ 'ਚ ਇਸ ਮੀਟਿੰਗ ਦਾ ਹਿੱਸਾ ਜ਼ਰੂਰ ਬਣਨਗੇ। ਪਰ ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਮੀਟਿੰਗ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਮੀਟਿੰਗ ਵਿੱਚ ਇੱਕ ਹੋਰ ਵੱਡੀ ਚੀਜ਼ ਦੇਖਣ ਨੂੰ ਮਿਲੀ ਹੈ ਦੇਸ਼ ਦੀ ਸੱਤਾ 'ਚ ਅਹਿਮ ਕਿਰਦਾਰ ਨਿਭਾਉਣ ਵਾਲੇ ਸ਼ਰਦ ਪਵਾਰ ਵੱਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਸ਼ਲਾਘਾ ਕੀਤੀ ਗਈ ਹੈ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਭਾਜਪਾ ਨੂੰ ਘੇਰਨ ਲਈ ਇਹ ਰਣਨੀਤੀ ਤਿਆਰ ਕੀਤੀ ਹੈ, ਇਹ ਵਿਉਂਤਬੰਦੀ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ ਉਸਦੇ ਕੀ ਨਤੀਜੇ ਆਉਣਗੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉੱਥੇ ਹੀ ਪਰ ਜਿੱਥੇ ਇਹ ਦੇਸ਼ ਦੇ ਸੀਨੀਅਰ ਆਗੂ ਇਸ ਮੀਟਿੰਗ ਦੀ ਸ਼ਲਾਘਾ ਕਰ ਰਹੇ ਨੇ, ਅੱਜ ਪੀ ਚਿਦੰਬਰਮ ਨੇ ਵੀ ਇਹ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀ ਸ਼ਲਾਘਾ ਕੀਤੀ ਹੈ, ਉੱਥੇ ਦੇਸ਼ ਦੇ ਰਾਜਸੀ ਮਾਹਿਰਾਂ ਵੱਲੋਂ ਇਸ ਏਕੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪਰ ਉਹ ਇਹ ਗੱਲ ਕਹਿ ਰਹੇ ਨੇ ਇਸ ਦੀ ਮੀਟਿੰਗਾਂ ਤੱਕ ਹੀ ਨਾ ਇਸ ਨੂੰ ਰੱਖਿਆ ਜਾਵੇ, ਇਸ ਨੂੰ ਅੱਗੇ ਲਿਜਾਇਆ ਜਾਵੇ, ਇਸ ਦੀ ਇੱਕ ਰਣਨੀਤੀ ਤਿਆਰ ਕੀਤੀ ਜਾਵੇ, ਸਿਰਫ ਭਾਜਪਾ ਦੇ ਵਿਰੋਧ ਤੱਕ ਹੀ ਇਸ ਮੀਟਿੰਗ ਨੂੰ ਨਾ ਰੱਖਿਆ ਜਾਵੇ, ਇਹਨਾਂ ਪਾਰਟੀਆਂ ਦੀ ਸੋਚ ਨੂੰ ਸਿਰਫ ਭਾਜਪਾ ਦੇ ਵਿਰੋਧ ਤੱਕ ਨਾ ਰੱਖਿਆ ਜਾਵੇ। ਇਸ ਦੇ ਨਾਲ ਨਾਲ ਲੋਕਾਂ ਦੇ ਭਲੇ ਲਈ ਉਹਨਾਂ ਦੀ ਕੀ ਰਣਨੀਤੀ ਰਹੇਗੀ, ਉਹ ਕੀ ਨਵੀਂ ਪਾਲਿਸੀਆਂ ਤਿਆਰ ਕਰਨਗੇ, ਕੀ ਉਹ ਨਵੇਂ ਕਾਨੂੰਨ ਲਿਆਉਣਗੇ ਜਾਂ ਕੀ ਇਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਗੇ, ਕੀ ਉਹਨਾਂ ਦੀ ਰਣਨੀਤੀ ਰਹੇਗੀ, ਇਸ ਬਾਰੇ ਵੀ ਉਹਨਾਂ ਨੂੰ ਐਲਾਨ ਪਹਿਲਾਂ ਕਰਨਾ ਪਵੇਗਾ ਉਹਨਾਂ ਵੱਲੋਂ ਭਾਵੇਂ 19 ਪਾਰਟੀਆਂ ਵੱਲੋਂ ਇਕਜੁੱਟ ਹੋ ਕੇ 2024 ਦੀਆਂ ਚੋਣਾਂ ਲਈ ਤਿਆਰੀਆਂ ਭਾਵੇਂ ਸ਼ੁਰੂ ਕਰ ਦਿੱਤੀਆਂ, ਪਰ 24 ਦੀਆਂ ਚੋਣਾਂ ਦਾ ਇਲੈਕਸ਼ਨ ਮੈਨੀਫੈਸਟੋ ਕੀ ਹੋਏਗਾ, ਉਹਨਾਂ 'ਚ ਉਹਨਾਂ ਨੇ ਕਿਸ ਤਰ੍ਹਾਂ ਰਣਨੀਤੀ ਤਿਆਰ ਕਰਨੀ ਹੈ, ਉਹਨਾਂ ਨੂੰ ਪਹਿਲਾਂ ਹੀ ਐਲਾਨ ਕਰਨਾ ਪਏਗਾ, ਕਿਉਂਕਿ ਕਿਸਾਨ ਅੰਦੋਲਨ ਨੇ
ਲੋਕਾਂ ਨੂੰ ਬਹੁਤ ਜਾਗਰੂਕ ਕਰ ਦਿੱਤਾ ਹੈ ਵੀ ਕਿ ਕਿਸਾਨ ਜਥੇਬੰਦੀਆਂ ਜਿੱਥੇ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਲਈ ਲੋਕਾਂ ਨੂੰ ਜਗਾ ਦਿੱਤਾ ਹੈ, ਉੱਥੇ ਅੱਜ ਲੋਕ ਜਿਹੜੇ ਨੇ ਰਾਜਸੀ ਆਗੂ ਕੋਈ ਵੀ ਪਾਰਟੀ ਦਾ ਹੋਵੇ ਉਸ ਤੋਂ ਆਪਣੇ ਹੱਕਾਂ ਲਈ ਸਵਾਲ ਪੁੱਛਦੇ ਵੀ ਨੇ ਵੀ ਕਿ ਤੁਸੀਂ ਸਾਡੇ ਲਈ ਅੱਜ ਤੱਕ ਕੀ ਕੀਤਾ ਹੈ ਤੇ ਭਵਿੱਖ ਦੇ ਵਿੱਚ ਤੁਹਾਡੇ ਕੋਲ ਕੀ ਰਣਨੀਤੀ ਹੈ ਵੀ ਕਿ ਤੁਸੀਂ ਲੋਕਾਂ ਦਾ ਜਾਂ ਖੇਤੀਬਾੜੀ ਦਾ, ਵਪਾਰ ਦਾ, ਇੰਡਸਟਰੀ ਦਾ ਸੁਧਾਰ ਕਿਸ ਤਰ੍ਹਾਂ ਕਰੋਗੇ, ਚਾਹੇ ਉਹ ਸਿੱਖਿਆ ਹੋਵੇ, ਸਿਹਤ ਹੋਵੇ। ਇਸ ਲਈ ਤੁਹਾਡੇ ਕੋਲ ਕੀ ਪਲੈਨਿੰਗ ਹੈ। ਲੋਕ ਇਸ ਤਰ੍ਹਾਂ ਦੇ ਸਵਾਲ ਵੀ ਜਿਹੜੇ ਰਾਜਸੀ ਆਗੂਆਂ ਨੂੰ ਪੁੱਛ ਰਹੇ ਨੇ। ਇਸ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਇਹ ਵੀ ਜਿਹੜਾ ਹੈਗਾ ਧਿਆਨ ਰੱਖਣਾ ਪਵੇਗਾ ਵੀ ਕਿ 2024 ਦੀਆਂ ਚੋਣਾਂ 'ਚ ਲਈ ਤਿਆਰੀ ਤੋਂ ਪਹਿਲਾਂ ਉਹਨਾਂ ਨੂੰ ਇਸ ਲਈ ਇੱਕ ਆਪਣਾ ਇਲੈਕਸ਼ਨ ਮੈਨੀਫੈਸਟੋ ਕਹਿ ਦਿਓ, ਇਲੈਕਸ਼ਨ ਦਾ ਏਜੰਡਾ ਕਹਿ ਦਿਓ, ਉਹ ਵੀ ਲੋਕਾਂ ਦੇ ਸਾਹਮਣੇ ਰੱਖਣਾ ਪਏਗਾ ਵੀ ਕਿ ਅਸੀਂ ਜੇਕਰ ਜਿੱਤਦੇ ਹਾਂ ਤਾਂ ਕੀ ਕੀ ਕੰਮ ਲੋਕ ਭਲਾਈ ਦੇ ਕਰਾਂਗੇ ਤਾਂ ਜੇ ਲੋਕ ਇਹਨਾਂ ਨੂੰ ਚੁਣ ਸਕਣ। ਦੇਖਣਾ ਇਹੀ ਪਏਗਾ ਵੀ ਕਿ ਇਹ ਵਿਰੋਧੀ ਪਾਰਟੀਆਂ ਕੀ ਰਣਨੀਤੀ ਰੱਖਣਗੀਆਂ। ਉਹ ਆਉਣ ਵਾਲੇ ਸਮੇਂ ਦੇ ਨਾਲ ਨਾਲ ਪੰਜਾਬੀ ਟ੍ਰਿਬਿਊਨ ਵੱਲੋਂ ਅਸੀਂ ਤੁਹਾਡੇ ਸਾਹਮਣੇ ਜਿਹੜਾ ਦੱਸਦੇ ਰਹਾਂਗੇ, ਪਰ ਹੁਣ ਲੋਕਾਂ ਦੀ ਸੋਚ ਤੇ ਵਿਰੋਧੀ ਪਾਰਟੀਆਂ ਦੀ ਸੋਚ ਕਿਸ ਤਰ੍ਹਾਂ ਰਾਹ ਜਾਏਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਦੋਸਤੋ, ਪੰਜਾਬੀ ਟ੍ਰਿਬਿਊਨ ਨਾਲ ਜੁੜੇ ਰਹੋ। ਅਸੀਂ ਹਰ ਸਮੇਂ ਹਰ ਇੱਕ ਖਬਰ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।